ਸਾਡਾ ਮੇਨ ਮਕਸਦ ਇਹ ਚੀਜ਼ ਸੀ ਵੀ ਪੰਜਾਬੀ ਜਿੱਦਾਂ ਸਕੂਲਾਂ 'ਚ ਵੀ ਪੰਜਾਬੀ ਨੂੰ ਬੈਨ ਕੀਤਾ ਜਾਂਦਾ ਹੁੰਦਾ ਨਾ, ਪੰਜਾਬੀ ਬੋਲਣ 'ਤੇ ਜੁਰਮਾਨਾ ਲਾਇਆ ਜਾਂਦਾ, ਤਾਂ ਅਸੀਂ ਸੋਚਿਆ ਵੀ ਕਿਉਂ ਨਾ ਵੀ ਸਕੂਲਾਂ ਤੱਕ ਇਹ ਚੀਜ਼ ਨੂੰ ਕਿਵੇਂ ਪਹੁੰਚਾਇਆ ਜਾਵੇ ਜਾਂ ਬੱਚਿਆਂ ਦੇ ਸਾਹਮਣੇ ਉਹ ਚੀਜ਼ਾਂ ਨੂੰ ਕਿਵੇਂ ਪੇਸ਼ ਕੀਤਾ ਜਾਵੇ, ਉਹਨਾਂ ਨੂੰ ਵੀ ਪੰਜਾਬੀ ਉੱਪਰ ਹੀ ਨਾ ਲੱਗੇ। ਜੇ ਉਹ ਚੀਜ਼ਾਂ ਨੂੰ ਜੋ ਦੇਖਣਗੇ, ਉਹਨਾਂ ਨੂੰ ਕੈਚ ਕਰਨਗੇ, ਪੁੱਛਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਵੀ ਪੂਰਾ ਉਡਾੜਾ ਹੁੰਦਾ ਕੀ ਆ। ਸਕੂਲ 'ਤੇ ਅਸੀਂ ਇਹ ਸੋਚਿਆ ਸੀਗਾ ਵੀ ਜੇ ਬੋਲਣ 'ਤੇ ਜੁਰਮਾਨਾ ਹੈ ਪਰ ਬੈਗ ਚੱਕਣ 'ਤੇ ਤਾਂ ਨਹੀਂ ਜੁਰਮਾਨਾ ਹੋ ਸਕਦਾ। ਫਿਰ ਅਸੀਂ ਮਹੀਨਾ ਦੇਖਿਆ ਪਰ ਸਾਨੂੰ ਰਿਸਪੌਂਸ ਬਹੁਤ ਜ਼ਿਆਦਾ ਸੋਹਣਾ ਮਿਲਿਆ, ਸਾਨੂੰ ਇੰਨੀ ਆਸ ਨਹੀਂ ਸੀ ਕਹਿ ਲਓ ਹੈ ਨਾ, ਤੇ ਪਰ ਬਹੁਤ ਸੋਹਣਾ ਸੀ। ਉਸ ਤੋਂ ਬਾਅਦ ਫਿਰ ਆਪਾਂ ਰੈਂਟ 'ਤੇ ਸ਼ੌਪ ਲੈ ਲਈ ਸੀ ਕਿ ਮੈਂ ਇੰਨੀ ਕੁ ਸੇਵਿੰਗ ਕਰ ਲਈ ਸੀ ਵੀ ਮੈਂ ਅੱਗੇ ਕਾਲਜ 'ਚ ਐਡਮਿਸ਼ਨ ਲੈ ਸਕਾਂ। ਤੇ ਬੀਐਡ ਸ਼ੁਰੂ ਕੀਤੀ, ਬੀਐਡ ਤੋਂ ਬਾਅਦ ਹੁਣ ਮੇਰਾ ਅੱਗੇ ਜਾ ਕੇ ਮੈਨੂੰ ਲੱਗ ਰਿਹਾ ਮੈਂ ਪੀਐਚਡੀ 'ਚ ਵੀ ਇਨਰੋਲ ਹੋ ਜਾਵਾਂ। ਜਾਂ ਕੁਛ ਕਿ ਆਪਣੇ ਪਿੰਡਾਂ 'ਚ ਤਾਂ ਫਿਰ ਵੀ ਪੰਜਾਬੀ ਬੋਲ ਰਹੇ ਨੇ, ਇੱਥੇ ਛੋਟੇ ਬੱਚੇ ਨਾਲ ਵੀ ਗੱਲ ਕਰ ਰਹੇ ਹਾਂ ਜੇਕਰ ਅਸੀਂ ਤਾਂ ਸਾਨੂੰ ਹਿੰਦੀ ਬੋਲਣੀ ਪੈਂਦੀ ਆ ਕਿਉਂਕਿ ਪੰਜਾਬੀ ਸਮਝਦੇ ਹੀ ਨਹੀਂ। ਇਹ ਚੀਜ਼ ਕੋਈ ਚੀਜ਼ ਜਦੋਂ ਨਾ ਤੁਸੀਂ ਜਿੱਦਾਂ ਮੈਨੂੰ ਬਾਹਰ ਵਾਲੇ ਮੰਗਵਾਉਂਦੇ ਵੀ ਉਹੀ ਨੇ ਜੋ ਪੰਜਾਬੀ ਨੇ, ਜੋ ਇੱਥੋਂ ਹੀ ਗਏ ਨੇ, ਪਰ ਮੈਨੂੰ ਇਹ ਲੱਗਦਾ ਉਹਨਾਂ ਨੂੰ ਦੂਰ ਜਾ ਕੇ ਉਹ ਚੀਜ਼ ਦੀ ਅਹਿਮੀਅਤ ਪਤਾ ਲੱਗਦੀ ਜਦੋਂ ਉਹਨਾਂ ਨੂੰ ਉਹ ਚੀਜ਼ ਦੇਖਣ ਨੂੰ ਵੀ ਨਹੀਂ ਮਿਲਦੀ। ਮੰਮੀ ਦਾ ਹਮੇਸ਼ਾ ਇਹ ਹੁੰਦਾ ਸੀ, ਉਹ ਮੈਨੂੰ ਹਮੇਸ਼ਾ ਵੀ ਸਿਰਫ ਸੂਈ ਧਾਗਿਆਂ ਨਾਲ ਨਾ ਟੱਕਰਾਂ ਮਾਰਦੀ ਰਹੀ, ਪੜ੍ਹ ਵੀ ਲਈ, ਪੜ੍ਹ ਲਿਖ ਕੇ ਕਿਤੇ ਨੌਕਰੀ ਲੱਗ ਜੀ। ਮੇਰਾ ਨਾਮ ਰੁਪਿੰਦਰ ਕੌਰ ਹੈ, ਮੈਂ ਪਿੰਡ ਦਿਆਲਗੜ੍ਹ ਤੋਂ ਹਾਂ ਜੋ ਕਿ ਸੰਗਰੂਰ ਜ਼ਿਲ੍ਹੇ 'ਚ ਪੈਂਦਾ ਹੈ, ਸਾਹੂਕੇ ਢੱਡਰੀਆਂ ਕੋਲ। ਅਤੇ ਮੈਂ ਇੱਥੇ ਆਪਣੀ ਬੀਐਡ ਕੰਪਲੀਟ ਕਰ ਰਹੀ ਹਾਂਗੀ ਪੰਜਾਬੀ ਯੂਨੀਵਰਸਿਟੀ ਤੋਂ। ਔਰ ਉਸ ਤੋਂ ਪਹਿਲਾਂ ਮੈਂ ਇੱਥੇ ਜਦ ਆਈ ਸੀ ਮੈਂ ਸਿਰਫ ਨੈੱਟ ਦੀ ਕੋਚਿੰਗ ਲਈ ਆਈ ਸੀ, ਸਿਰਫ ਇਹ ਟਾਰਗੇਟ ਲੈ ਕੇ ਆਈ ਸੀ ਸਿਰਫ ਨੈੱਟ ਕਲੀਅਰ ਕਰਨਾ ਅਤੇ ਇੱਥੋਂ ਜਾਣਾ ਹੈ। ਅਤੇ ਉਸ ਤੋਂ ਬਾਅਦ ਜਿਵੇਂ ਮੈंने ਪੰਜਾਬੀ ਯੂਨੀਵਰਸਿਟੀ ਦਾ ਮਾਹੌਲ ਵੇਖਿਆ ਹੈ ਨਾ, ਤਾਂ ਵੀ ਕੰਮ ਕਰਨ ਦੀ ਵੀ ਸੋਚੀ ਅਤੇ ਕਿਰਤ ਨਾਲ ਜੁੜੀ ਮੈਂ, ਤਾਂ ਕਰਕੇ ਹੁਣ ਮੈਂ ਫਿਲਹਾਲ ਇੱਥੇ ਹਾਂ ਅਤੇ ਆਪਣੀ ਅੱਗੇ ਪੜ੍ਹਾਈ ਕਰ ਰਹੀ ਹਾਂ। ਪੰਜਾਬੀ ਯੂਨੀਵਰਸਿਟੀ ਇਹ ਸੀ ਅਸਲ 'ਚ ਮੇਰਾ ਪੜ੍ਹਨ 'ਚ ਸੀ ਸਭ ਤੋਂ ਪਹਿਲਾਂ ਹੈ ਨਾ, ਜਿੱਦਾਂ ਪਿੰਡਾਂ ਦੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ +2 ਤੋਂ ਬਾਅਦ ਇੱਕ ਓਬਜੈਕਸ਼ਨ ਲੱਗੀ ਹੁੰਦੀ ਵੀ ਉਹਨਾਂ ਨੇ ਅੱਗੇ ਪੜ੍ਹਨਾ ਵੀ ਜਾਂ ਨਹੀਂ ਪੜ੍ਹਨਾ, ਜੇ ਪੜ੍ਹਨਾ ਕਿਵੇਂ ਪੜ੍ਹਨਾ, ਕਾਫੀ ਕੁਛ ਹੋ ਜਾਂਦਾ। ਅਤੇ ਜਦੋਂ ਹੀ ਮੈंने +2 ਤੋਂ ਬਾਅਦ ਅੱਗੇ ਪੜ੍ਹਨਾ ਸੀ BA 'ਚ, ਤਾਂ ਮੇਰੀ BA ਪ੍ਰਾਈਵੇਟ ਸੀ, ਮੈਂ BA ਪ੍ਰਾਈਵੇਟ ਕੀਤੀ ਸੀ ਉਸ 3 ਸਾਲ 'ਚ। ਪਰ ਮੈਨੂੰ ਇਹ ਪਤਾ ਸੀ ਵੀ ਮੈंने ਕਾਲਜ ਲਾਈਫ ਵੇਖਣੀ ਹੈ ਵੀ ਕਾਲਜ ਲਾਈਫ ਕਿੱਦਾਂ ਦੀ ਹੁੰਦੀ ਹੈ, ਅਤੇ ਉਹ 3 ਸਾਲ 'ਚ ਮੈंने ਮਸ਼ੀਨ ਦਾ ਕੰਮ ਸਿੱਖਿਆ ਸੀ ਆਪਣਾ ਪੂਰਾ। ਅਤੇ ਉਹ 3 ਸਾਲ ਦੇ ਵਿੱਚ ਕਹਿ ਲਓ ਹੈ ਨਾ, ਮੈंने ਕੁਛ ਕੁ ਚੀਜ਼ਾਂ ਐਵੇਂ ਦੀਆਂ ਦੇਖੀਆਂ, ਮੈਂ ਇੰਨੀ ਕੁ ਸੇਵਿੰਗ ਕਰ ਲਈ ਸੀ ਵੀ ਮੈਂ ਅੱਗੇ ਕਾਲਜ 'ਚ ਐਡਮਿਸ਼ਨ ਲੈ ਸਕਾਂ। ਉਸ ਤੋਂ ਬਾਅਦ ਮੇਰੀ ਸੁਨਾਮ ਕਾਲਜ 'ਚ ਐਡਮਿਸ਼ਨ ਹੋਈ ਸੀ MA 'ਚ, ਅਤੇ ਉਸ ਤੋਂ ਬਾਅਦ ਮੈंने MA ਕੀਤੀ, ਪੰਜਾਬੀ ਦੀ MA ਸੀ। ਉਸ ਤੋਂ ਬਾਅਦ ਜਿੱਦਾਂ ਹੀ ਤੁਸੀਂ ਕੁਛ ਆਪਣੇ ਹੱਥੀਂ ਕੰਮ ਕਰ ਰਹੇ ਹੁੰਦੇ ਹੋ, ਆਪਣੇ 'ਤੇ ਆਪ ਡਿਪੈਂਡ ਹੁੰਦੇ ਹੋ ਕਹਿ ਲਓ ਹੈ ਨਾ, ਵੀ ਆਪਣੀਆਂ ਫੀਸਾਂ ਖੁਦ ਉਹ ਕਰਨ, ਤਾਂ ਅੱਗੇ ਪੜ੍ਹਨ ਦੀ ਇੱਛਾ ਵੀ ਹੁੰਦੀ ਹੈ। ਤਾਂ ਕਾਲਜ ਤੋਂ ਬਾਅਦ ਮੇਰਾ ਥੋੜ੍ਹਾ ਜਿਹਾ ਅਗਲਾ ਸਟੈਪ ਯੂਨੀਵਰਸਿਟੀ ਤੱਕ ਆ ਗਿਆ ਵੀ ਮੈਂ ਕਾਲਜ ਤੋਂ ਹੁਣ ਯੂਨੀਵਰਸਿਟੀ ਵੀ ਜਾਣਾ ਹੈ। ਤਾਂ ਉਸ ਤੋਂ ਬਾਅਦ ਮੈंने ਪੰਜਾਬੀ ਤੋਂ ਬਾਅਦ ਨੈੱਟ ਲਈ ਕੋਚਿੰਗ ਇੱਥੇ ਭਰੀ, ਅਤੇ ਇੱਥੇ ਮੈਂ ਅੱਗੇ ਨੈੱਟ ਦੀ ਕੋਚਿੰਗ ਲਈ, ਨੈੱਟ ਕਲੀਅਰ ਹੋਇਆ। ਉਸ ਤੋਂ ਬਾਅਦ ਮੇਰਾ ਹੋਇਆ ਵੀ ਮੈਂ ਟੀਚਿੰਗ ਲਾਈਨ 'ਚ ਪੈਣਾ ਹੁਣ। ਇਸ ਤੋਂ ਬਾਅਦ BEd ਸ਼ੁਰੂ ਕੀਤੀ, BEd ਤੋਂ ਬਾਅਦ ਹੁਣ ਮੇਰਾ ਅੱਗੇ ਜਾ ਕੇ ਮੈਨੂੰ ਲੱਗ ਰਿਹਾ ਮੈਂ PhD 'ਚ ਵੀ ਇਨਰੋਲ ਹੋ ਜਾਵਾਂਗੀ। ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਚੀਜ਼ਾਂ ਇਹ ਨੇ ਤੁਹਾਨੂੰ ਜ਼ਿੰਦਗੀ 'ਚ ਹਮੇਸ਼ਾ ਅੱਗੇ ਵਧਣ ਲਈ ਉਤਸ਼ਾਹਿਤ ਕਰਦੀਆਂ, ਪਿੱਛੇ ਮੋੜਨ ਲਈ ਨਹੀਂ। ਉਹ ਆਪਣਾ ਸੂਟਾਂ ਦਾ ਕੰਮ ਹੁੰਦਾ, ਜਿੱਦਾਂ ਬੁਟੀਕ ਚੱਲਦੇ ਆਈ, ਅਤੇ ਮੇਰਾ ਆਪਣਾ ਮੈਂ ਸੂਟਾਂ 'ਤੇ ਕਢਾਈ ਕਰਦੀ ਸੀ, ਕਸਟਮਰ ਦੇ ਸੂਟ ਹੁੰਦੇ ਸੀਗੇ, ਉਹਨਾਂ ਦੀ ਇੱਛਾ ਅਨੁਸਾਰ ਕਿਵੇਂ ਦਾ ਵੀ ਵਰਕ ਹੁੰਦਾ ਸੀ ਤਾਂ ਉਹ ਮੈਂ ਕਰ ਦਿੰਦੀ ਹੁੰਦੀ ਸੀ। ਲੌਂਗੋਵਾਲ ਮੇਰੇ ਨਾਨਕੇ ਸੀ, ਅਤੇ ਉਹ ਜਦੋਂ ਮੈਂ ਆਉਂਦੀ ਜਾਂਦੀ ਸੀ ਮੈਂ ਵੇਖਦੀ ਸੀ ਬਾਜ਼ਾਰ 'ਚ ਹੈ ਨਾ ਮਸ਼ੀਨੀ ਕਢਾਈ ਹੁੰਦੀ ਸੀ, ਤਾਂ ਮੈंने ਫਿਰ ਉੱਥੋਂ ਸਿੱਖੀ। ਮੈਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਪਿੰਡ ਤੋਂ ਕਿਸੇ ਸ਼ਹਿਰ ਵੱਲ ਜਾਂਦੇ ਹੋ, ਸ਼ਹਿਰ ਤੋਂ ਵੱਡੇ ਸ਼ਹਿਰ ਵੱਲ, ਉੱਥੇ ਤੁਸੀਂ ਮਾਹੌਲ ਦਾ ਕਾਫੀ ਫਰਕ ਵੇਖਦੇ ਹੋ। ਕਾਲਜ 'ਚ ਮਾਹੌਲ ਹੋਰ ਸੀ, ਜਦੋਂ ਪੰਜਾਬੀ ਯੂਨੀਵਰਸਿਟੀ ਆਈ ਇੱਥੇ ਕੁਛ ਕੁ ਚੀਜ਼ਾਂ ਮੈंने ਵੇਖੀਆਂ ਵੀ ਲੋਕਾਂ 'ਚ ਚਿੰਤਾ ਸੀ ਵੀ ਪੰਜਾਬੀ ਖਤਮ ਹੋ ਰਹੀ ਆ, ਪੰਜਾਬੀ ਮਰ ਰਹੀ ਆ ਹੈ ਨਾ। ਅਤੇ ਮੈਂ ਕੁਛ ਕੁ ਪ੍ਰੋਗਰਾਮ ਵੇਖੇ, ਕੋਈ ਸੈਮੀਨਾਰ ਹੋ ਰਹੇ ਸੀ ਪੰਜਾਬੀ ਮਾਂ ਬੋਲੀ 'ਤੇ ਹੈ ਨਾ, ਧਰਨੇ ਲੱਗ ਰਹੇ ਸੀ ਪੰਜਾਬੀ ਬਚਾਓ। ਫਿਰ ਮੈਂ ਇਹ ਸੋਚਿਆ ਵੀ ਇਹ ਕਹਿ ਰਹੇ ਨੇ, ਕਿਉਂਕਿ ਮੇਰਾ ਹਮੇਸ਼ਾ ਤੋਂ ਇਹ ਰਿਹਾ, ਮੇਰੇ ਸੁਭਾਅ 'ਚ ਵੀ ਇਹ ਚੀਜ਼ ਹੈ, ਮੈਂ ਕਹਿਣ 'ਚ ਘੱਟ ਕਰਨ 'ਚ ਵੱਧ ਯਕੀਨ ਰੱਖਦੀ ਹਾਂ। ਮੈਨੂੰ ਇਹ ਲੱਗਿਆ ਵੀ ਕਹਿ ਰਹੇ ਨੇ ਵੀ ਆਪਣੇ ਲੈਵਲ 'ਤੇ, ਫਿਰ ਮੈਂ ਦੇਖਿਆ ਵੀ ਇਹ ਸਾਰੇ ਕਰ ਕੀ ਰਹੇ ਨੇ। ਫਿਰ ਦੇਖਿਆ ਵੀ ਸਿਰਫ ਇੱਕ ਦਿਨ ਦਾ ਪ੍ਰੋਗਰਾਮ ਹੀ ਹੁੰਦਾ, ਉਹ ਇੱਕ ਦਿਨ ਕਹਿ ਲਿਆ, ਬੋਲ ਲਿਆ, ਸਭ ਕੁਝ ਉਸ ਤੋਂ ਬਾਅਦ ਖਤਮ। ਉਸ ਤੋਂ ਬਾਅਦ ਜਿੱਦਾਂ ਹੀ ਹੁਣ ਮੈਨੂੰ ਪਤਾ ਸੀ ਵੀ ਅੱਗੇ ਜੇਕਰ ਮੈਂ ਪੜ੍ਹਨਾ ਤਾਂ ਜੋ ਕੰਮ ਮੈਂ ਪਹਿਲਾਂ ਪਿੰਡ ਕਰਦੀ ਸੀ ਤਾਂ ਮੈਨੂੰ ਇੱਥੇ ਵੀ ਕਰਨਾ ਪਏਗਾ, ਕਿਉਂਕਿ ਜਾਣ ਆਉਣ 'ਤੇ ਟਾਈਮ ਖਰਾਬ ਹੁੰਦਾ, ਦੂਰ ਹੈ ਪਿੰਡ ਤਾਂ ਕਰਕੇ। ਅਤੇ ਫਿਰ ਸੋਚਿਆ ਵੀ ਇੱਥੇ ਕੰਮ ਸ਼ੁਰੂ ਕਰਨਾ, ਪਰ ਮੇਰੀ ਇੱਕ ਸੀ ਵੀ ਮੈਂ ਇੱਥੇ ਕੁਝ ਨਵਾਂ ਕਰਨਾ। ਮੈਂ ਪੰਜਾਬੀ ਯੂਨੀਵਰਸਿਟੀ 'ਚ ਪੜ੍ਹ ਰਹੀ ਹਾਂ ਜਿਹਦਾ ਨਾਮ ਹੀ ਪੰਜਾਬੀ ਉੱਪਰ ਹੈ ਨਾ, ਮੈਨੂੰ ਇਹ ਸੀ ਵੀ ਮੈਂ ਉਹਦੇ ਲਈ ਹੀ ਕੁਛ ਕਰਾਂ, ਪੰਜਾਬੀ ਲਈ ਹੀ ਕੁਛ ਕਰਾਂ, ਕਿਉਂਕਿ ਇਹ ਚੀਜ਼ ਪਹਿਲਾਂ ਤਾਂ ਨਹੀਂ ਦੇਖੀ ਸੀ ਕਦੇ। ਇੱਥੇ ਆ ਕੇ ਮਾਹੌਲ ਵੇਖਿਆ ਸੀ ਵੀ ਚਿੰਤਾ ਦਾ ਮਾਹੌਲ ਆ, ਇੱਕ ਡਰ ਪੈਦਾ ਹੋ ਰਿਹਾ
ਜਾਂ ਕੁਛ ਕਿ ਆਪਣੇ ਪਿੰਡਾਂ 'ਚ ਤਾਂ ਫਿਰ ਵੀ ਪੰਜਾਬੀ ਬੋਲ ਰਹੇ ਨੇ, ਇੱਥੇ ਛੋਟੇ ਬੱਚੇ ਨਾਲ ਵੀ ਗੱਲ ਕਰ ਰਹੇ ਹਾਂ ਜੇਕਰ ਅਸੀਂ ਤਾਂ ਸਾਨੂੰ ਹਿੰਦੀ ਬੋਲਣੀ ਪੈਂਦੀ ਆ ਕਿਉਂਕਿ ਪੰਜਾਬੀ ਸਮਝਦੇ ਹੀ ਨਹੀਂ ਹੈ ਨਾ। ਤਾਂ ਕਰਕੇ ਕੁਛ ਚੀਜ਼ਾਂ ਐਵੇਂ ਦੀਆਂ ਵੇਖੀਆਂ ਵੀ ਫਿਰ ਅਸੀਂ ਸੋਚਿਆ ਵੀ ਅਸੀਂ ਆਪ ਕੀ ਕਰੀਏ, ਤਾਂ ਅਸੀਂ ਉਸ ਆਪਣੇ ਲੈਵਲ 'ਤੇ ਪੰਜਾਬੀ ਲਈ ਕੰਮ ਕਰਨਾ ਸ਼ੁਰੂ ਕੀਤਾ ਹੈ। ਪਹਿਲੀ ਵਾਰ ਇਹ ਸੀ ਅਸਲ 'ਚ ਮੈਨੂੰ ਯਾਦ ਹੈ ਕਿਸੇ ਦੋਸਤ ਨੇ ਕੋਈ ਸਟੇਟਸ ਪਾਇਆ ਹੋਇਆ ਸੀਗਾ, ਉਹਨਾਂ ਨੇ ਪੰਜਾਬੀ ਪੇਂਟ ਕੀਤੀ ਹੋਈ ਸੀ ਅਤੇ ਮੈਂ ਉਹਨਾਂ ਨੂੰ ਮਤਲਬ ਕਿ ਮੈਨੂੰ ਕਿਉਂਕਿ ਜਦੋਂ ਤੁਸੀਂ ਕੁਛ ਕੁ ਚੀਜ਼ਾਂ ਆਪ ਕਰਨੀਆਂ ਹੁੰਦੀਆਂ ਤੁਸੀਂ ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਨੂੰ ਕੈਚ ਕਰਦੇ ਹੋ ਹੈ ਨਾ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਇਸ ਤੋਂ ਵਧੀਆ ਚੀਜ਼ ਕਰਕੇ ਦੇ ਸਕਦੀ ਹਾਂ ਕਢਾਈ ਨਾਲ, ਅਤੇ ਉਹਨਾਂ ਨੇ ਕਿਹਾ ਵੀ ਕਿਵੇਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕੁਛ ਤੁਹਾਨੂੰ ਤਿਆਰ ਕਰਕੇ ਦੇਣੀ ਆ। ਅਤੇ ਮੈंने ਸੋਚਿਆ ਵੀ ਕਢਾਈ ਕਰੀ ਕਾ ਅਤੇ ਉਸ ਟਾਈਮ ਮੇਰੇ ਦਿਮਾਗ 'ਚ ਕੁਛ ਨਹੀਂ ਆਇਆ। ਮੈਂ ਡੈਡੀ ਨੂੰ ਦੇਖਦੀ ਹੁੰਦੀ ਸੀ, ਮੰਮੀ ਨਾ ਹਮੇਸ਼ਾ ਤੋਂ ਸੰਦਾਂ ਵਾਲਾ ਝੋਲਾ ਘਰੇ ਬਣਾਉਂਦੇ ਸੀ ਅਤੇ ਮੈਂ ਦੇਖਿਆ ਕਦੇ ਵੀ ਨਹੀਂ ਅਸੀਂ ਹੈ ਨਾ ਐਵੇਂ ਕਈ ਵਾਰ ਮਾਰਕੀਟ 'ਚੋਂ ਬੈਗ ਲਿਆਂਦਾ ਟਿਫਨ ਵਾਲਾ ਕੇ ਉਹ ਵੀ ਮੰਮੀ ਖੁਦ ਘਰੇ ਬਣਾਉਂਦੇ ਸੀ। ਤਾਂ ਸਭ ਤੋਂ ਪਹਿਲਾਂ ਮੈंने ਨਾ ਦੋਸਤ ਨੂੰ ਝੋਲਾ ਹੀ ਤਿਆਰ ਕਰਕੇ ਦਿੱਤਾ ਉਹਨਾਂ ਨੂੰ ਕਢਾਈ ਕਰਕੇ ਉੜਿਆੜੇ ਵਾਲੀ, ਅਤੇ ਉਹਨਾਂ ਨੂੰ ਕੰਮ ਬਹੁਤ ਸੋਹਣਾ ਲੱਗਿਆ। ਉਸਨੇ ਕਿਹਾ ਵੀ ਇਸ ਤੋਂ ਵੀ ਵਧੀਆ ਅਸਲ 'ਚ ਮੈਂ ਉਹਨਾਂ ਨੂੰ ਕਦੇ ਵੀ ਨਹੀਂ ਮਿਲੀ ਸੀ ਜਿੰਨਾ ਤੱਕ ਮੈਂ ਆਪਣਾ ਕੰਮ ਦਿਖਾ ਰਹੀ ਸੀ। ਮੈਂ ਸਿਰਫ ਉਹਨਾਂ ਨੂੰ ਫੋਟੋ ਸੈਂਡ ਕੀਤੀ ਸੀ ਪਰ ਉਹਨਾਂ ਨੂੰ ਫੋਟੋ ਬਹੁਤ ਪਿਆਰੀ ਲੱਗੀ ਸੀ। ਉਹਨਾਂ ਨੇ ਕਿਹਾ ਵੀ ਆਪਾਂ ਹੁਣ ਇਕੱਠੇ ਕਰਵਾਈਏ ਤਾਂ ਵੀ ਇਸ ਤੋਂ ਵਧੀਆ ਕੀ ਕੰਮ ਕਰ ਸਕਦੇ ਹੋ ਅਸੀਂ। ਤਾਂ ਆਪਾਂ ਝੋਲੇ ਨੂੰ ਥੋੜ੍ਹਾ ਜਿਹਾ ਹੋਰ ਰੂਪ ਦੇਤਾ ਹੈ ਨਾ, ਕਹਿ ਲਓ ਵੀ ਤਣੀ ਲੰਬੀ ਕਰਤੀ ਕਿਉਂਕਿ ਉਹ ਵਾਲਾ ਝੋਲਾ ਤਾਂ ਸਿਰਫ ਮੈंने ਹੈਂਡਲ ਵਾਲਾ ਹੀ ਬਣਾਇਆ ਸੀਗਾ। ਅਤੇ ਉਸ ਤੋਂ ਬਾਅਦ ਮਤਲਬ ਕਿ ਲੰਬੇ ਝੋਲੇ ਹੈ ਨਾ ਜਿੱਦਾਂ ਪਾਉਂਦੇ ਨੇ, ਉਹਨਾਂ ਨੇ 1-2 ਫੋਟੋਆਂ ਸੈਂਡ ਕੀਤੀਆਂ ਵੀ ਐਵੇਂ ਦਾ ਕੁਛ, ਅਤੇ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਫੋਟੋ ਹੀ ਸੈਂਡ ਕੀਤੀ ਉਸ ਟਾਈਪ ਦਾ ਝੋਲਾ ਬਣਾ ਕੇ, ਅਤੇ ਉਹਨਾਂ ਨੂੰ ਆਪਾਂ ਨੂੰ 150 ਝੋਲੇ ਦਾ ਔਡਰ ਦੇ ਦਿੱਤਾ ਸੀ ਘਰੇ ਬੈਠਿਆਂ ਨੂੰ ਵੀ ਤੁਸੀਂ 150 ਝੋਲਾ ਐਵੇਂ ਦਾ ਤਿਆਰ ਕਰਕੇ ਸਾਨੂੰ ਭੇਜ ਦਿਓ। ਇਹ ਉਦੋਂ ਮੈਂ ਘਰ ਹੀ ਹੁੰਦੀ ਸੀ, ਮੈਂ ਸਿਰਫ ਨੈੱਟ ਦੀ ਕੋਚਿੰਗ ਲੈ ਰਹੀ ਸੀ, ਇੱਥੇ ਕੰਮ ਘਰੇ ਹੀ ਸੂਟਾਂ ਵਾਲਾ ਹੀ ਕਰ ਰਹੀ ਸੀਗੀ। ਉਹ ਇਹ ਹੁੰਦਾ ਸੀ ਵੀ ਸੈਚਰਡੇ ਸੰਡੇ ਮੈंने ਘਰ ਜਾਣਾ ਹੁੰਦਾ ਸੀ 2 ਦਿਨ, ਪਰ ਉਹ 2 ਦਿਨ ਮੈਨੂੰ ਪਤਾ ਹੁੰਦਾ ਸੀ ਵੀ ਮੈਂ ਇੱਥੇ ਪੀਜੀ ਦਾ ਰੈਂਟ ਵੀ ਭਰਨਾ ਹੈ, ਅਤੇ ਤਾਂ ਕਿ ਉਹ 2 ਦਿਨ ਮੈਂ ਹਮੇਸ਼ਾ ਕੰਮ ਕਰਕੇ ਆਉਂਦੀ ਹੁੰਦੀ ਸੀ ਘਰੇ ਜਾ ਕੇ। ਅਤੇ ਉਸ ਟਾਈਮ 'ਚ ਫਿਰ ਮੈंने ਝੋਲੇ ਉਹਨਾਂ ਦੇ ਤਿਆਰ ਕੀਤੇ ਸੀ। ਉਸ ਤੋਂ ਮੈਨੂੰ ਸਾਰੇ ਦੋਸਤਾਂ ਨੇ ਇਹ ਰਾਏ ਦਿੱਤੀ ਵੀ ਤੂੰ ਕਿਸੇ ਲਈ ਕੰਮ ਕਰ ਰਹੀ ਆ ਵੀ ਕਿਉਂ ਨਾ ਤੂੰ ਆਪਣਾ ਕੰਮ ਹੀ ਸ਼ੁਰੂ ਕਰ ਲੈ। ਅਤੇ ਇਹ ਕਹੀਏ ਵੀ ਕਈ ਵਾਰ ਸਾਥ ਚੰਗਾ ਹੋਵੇ ਤਾਂ ਸਭ ਕੁਝ ਹੀ ਚੰਗਾ ਹੁੰਦਾ। ਅਤੇ ਇਹ ਵਾਲੀ ਜੋ ਸ਼ੌਪ ਸੀ ਹੈ ਨਾ, ਇਹ ਨੀਚੇ ਆਪਣੇ ਦੋਸਤ ਦੀ ਸ਼ੌਪ ਸੀਗੀ। ਇਹਨਾਂ ਦਾ ਕੀ ਸੀਗਾ, ਇਹ ਆਪਾਂ ਨੂੰ ਬੁੱਕਸ ਦਿੰਦੇ ਹੁੰਦੇ ਸੀਗੇ, ਆਪਣਾ ਆਉਣਾ ਜਾਣਾ ਹੁੰਦਾ ਸੀ ਜਦੋਂ। ਇਹ ਕਹਿੰਦੇ ਸੀ ਵੀ ਤੁਸੀਂ ਪੜ੍ਹਨ ਵਾਲੇ ਬਣੋ, ਵੀ ਬੁੱਕਸ ਖਰੀਦਣ ਦੀ ਲੋੜ ਨਹੀਂ, ਪੜ੍ਹ ਲਓ ਇੱਥੇ ਵਾਪਸ ਕਰ ਜਾਓ। ਐਵੇਂ ਆਪਣੇ ਇਹਨਾਂ ਨਾਲ ਉਹ ਸੀਗਾ ਆਉਣਾ ਜਾਣਾ ਸੀ, ਵਧੀਆ ਸੀ। ਅਤੇ ਇਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਕੰਮ ਸ਼ੁਰੂ ਕਰਨਾ, ਵੀ ਉੱਪਰ ਵਾਲਾ ਪੋਰਸ਼ਨ ਖਾਲੀ ਪਿਆ, ਤੁਸੀਂ ਟਰਾਈ ਕਰ ਸਕਦੇ ਹੋ, ਮਹੀਨਾ ਟਰਾਈ ਕਰ ਲਓ, ਕੰਮ ਚੱਲਿਆ ਤਾਂ ਵੀ ਠੀਕ ਆ, ਨਹੀਂ ਚੱਲਿਆ ਤਾਂ ਵੀ ਠੀਕ ਆ, ਪਰ ਤੁਹਾਡੇ ਤੋਂ ਕੋਈ ਅਸੀਂ ਪੈਸੇ ਨਹੀਂ ਲੈਂਦੇ। ਅਤੇ ਉਸ ਤੋਂ ਬਾਅਦ ਫਿਰ ਅਸੀਂ ਮਹੀਨਾ ਦੇਖਿਆ, ਪਰ ਸਾਨੂੰ ਰਿਸਪੌਂਸ ਬਹੁਤ ਜ਼ਿਆਦਾ ਸੋਹਣਾ ਮਿਲਿਆ, ਸਾਨੂੰ ਇੰਨੀ ਆਸ ਨਹੀਂ ਸੀ ਕਹਿ ਲਓ ਹੈ ਨਾ, ਅਤੇ ਪਰ ਬਹੁਤ ਸੋਹਣਾ ਸੀ। ਉਸ ਤੋਂ ਬਾਅਦ ਫਿਰ ਆਪਾਂ ਰੈਂਟ 'ਤੇ ਸ਼ੌਪ ਲੈ ਲਈ ਸੀ। ਘਰਦਿਆਂ ਦਾ ਹਮੇਸ਼ਾ ਸ਼ੁਰੂ ਤੋਂ ਇਹ ਹੁੰਦਾ, ਮੰਮੀ ਹਮੇਸ਼ਾ ਮੈਨੂੰ ਜਦੋਂ ਮੈਂ ਘਰੇ ਵੀ ਇਹ ਕੰਮ ਕਰਦੀ ਸੀ, ਮੇਰਾ ਕਹਿ ਲਓ ਇੱਕ ਸ਼ੌਂਕ ਹੁੰਦਾ, ਪੜ੍ਹਾਈ ਵੀ ਮੇਰਾ ਸ਼ੌਂਕ ਆ, ਪਰ ਇਹ ਚੀਜ਼ ਕਰਕੇ ਮੈਨੂੰ ਖੁਸ਼ੀ ਮਿਲਦੀ ਆ। ਮੰਮੀ ਦਾ ਹਮੇਸ਼ਾ ਇਹ ਹੁੰਦਾ ਸੀ, ਉਹ ਮੈਨੂੰ ਹਮੇਸ਼ਾ ਵੀ ਸਿਰਫ ਸੂਈ ਧਾਗਿਆਂ ਨਾਲ ਨਾ ਟੱਕਰਾਂ ਮਾਰਦੀ ਰਹੀ, ਪੜ੍ਹ ਵੀ ਲਈ, ਪੜ੍ਹ ਲਿਖ ਕੇ ਕਿਤੇ ਨੌਕਰੀ ਲੱਗ ਜੀ। ਅਤੇ ਪਰ ਮੈਨੂੰ ਇਹ ਚੀਜ਼ ਉਹਨਾਂ ਨੇ ਕਦੀ ਕਿਹਾ ਨਹੀਂ ਮੈਨੂੰ, ਜਿੱਦਾਂ ਹੁੰਦਾ ਨਾ ਮਾਂ ਬਾਪ 'ਚ ਇੱਕ ਗੈਪ ਹੁੰਦਾ ਬੱਚਿਆਂ 'ਚ, ਉਹ ਕਦੇ ਵੀ ਤੁਹਾਨੂੰ ਜਿੱਦਾਂ ਬਾਹਰਲੇ ਤੁਹਾਨੂੰ ਆ ਕੇ ਹੱਲਾ ਸ਼ੇਰੀ ਦਿੰਦੇ ਨੇ, ਘਰ ਦੇ ਬਹੁਤ ਘੱਟ ਦਿੰਦੇ ਹੁੰਦੇ ਆ, ਪਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨਾ ਮਾਣ ਮਹਿਸੂਸ ਕਰ ਰਿਹਾ। ਅਤੇ ਜਦੋਂ ਹੀ ਮੈंने ਇਹ ਕੰਮ ਸ਼ੁਰੂ ਕੀਤਾ, ਮੈਨੂੰ ਯਾਦ ਹੈ ਜਦੋਂ ਮੈਂ ਫਸਟ ਇੰਟਰਵਿਊ ਦਿਖਾਈ ਸੀ ਆਪਣੇ ਘਰੇ, ਮਤਲਬ ਕਿ ਇਹ ਕਹਿ ਲਓ ਵੀ ਉਹਨਾਂ ਨੇ ਮੈਨੂੰ ਕਿਹਾ ਨਹੀਂ, ਪਰ ਮੈਨੂੰ ਪਤਾ ਸੀ ਵੀ ਉਹਨਾਂ ਦਾ ਚਾਅ ਚੱਕਿਆ ਨਹੀਂ ਜਾ ਰਿਹਾ। ਅਤੇ ਉਸ ਤੋਂ ਬਾਅਦ ਹੁਣ ਵੀ ਪਰ ਹੁੰਦਾ ਮਾਂ ਬਾਪ ਹਮੇਸ਼ਾ ਇੱਕ ਫਿਕਰਮੰਦ ਹੀ ਹੁੰਦੇ ਆ ਹੈ ਨਾ ਬੱਚਿਆਂ ਨੂੰ ਲੈ ਕੇ। ਉਹ ਹੁਣ ਵੀ ਕਹਿੰਦੇ ਹੁੰਦੇ ਨੇ, ਡੈਡੀ ਵੀ ਕਹਿ ਦਿੰਦੇ ਹੁੰਦੇ ਆ ਵੀ ਆਪਣਾ ਪੜ੍ਹਨ ਲਈ ਵੀ ਟਾਈਮ ਕੱਢ ਲਿਆ ਕਰ, ਵੀ ਜ਼ਰੂਰੀ ਨਹੀਂ ਸਾਰਾ ਦਿਨ ਹੀ ਕੰਮ ਕਰੀ ਜਾਣਾ, ਵੀ ਕਿਸੇ ਚੀਜ਼ ਦੀ ਲੋੜ ਆ ਤਾਂ ਅਸੀਂ ਦੇ ਦਿੰਦੇ ਹਾਂ, ਵੀ ਪੈਸੇ ਅਸੀਂ ਭੇਜ ਦਿੰਦੇ ਹਾਂ, ਪਰ ਆਪਣਾ ਪੜ੍ਹਾਈ ਵੱਲ ਵੀ ਧਿਆਨ ਰੱਖੇ ਜੀ। ਇਹ ਆਪਣਾ ਸ਼ੁਰੂ ਤੋਂ ਹੀ ਇਹ ਆ ਹੈ ਨਾ ਵੀ ਆਪਣੇ ਤੱਕ ਬਹੁਤ ਘੱਟ ਲੋਕ ਆਉਂਦੇ ਨੇ ਚੀਜ਼ ਲੈਣ, ਆਪਣਾ ਸਾਰਾ ਕੰਮ ਔਨਲਾਈਨ ਜਾ ਰਿਹਾ। ਜਿੱਦਾਂ ਸਭ ਤੋਂ ਪਹਿਲਾਂ ਵੀ ਅਸੀਂ ਇੱਥੇ ਕਹਿ ਲਓ 1 ਮਈ 'ਤੇ ਲੁਧਿਆਣੇ ਸਟਾਲ ਲਗਾਈ ਸੀ, ਉਸ ਤੋਂ ਪਹਿਲਾਂ ਦੋਸਤ ਨੇ ਆਪਣੀ ਇੰਟਰਵਿਊ ਕਰਤੀ ਸੀ, ਸਭ ਨੇ ਆਪਾਂ ਨੂੰ ਸੋਸ਼ਲ ਮੀਡੀਆ 'ਤੇ ਹੀ ਦੇਖਿਆ ਸੀ, ਜ਼ਿਆਦਾਤਰ ਆਪਣੀ ਸਾਰੀ ਜਾਣ ਪਹਿਚਾਣ ਸੋਸ਼ਲ ਮੀਡੀਆ 'ਤੇ ਹੀ ਆ। ਆਪਣਾ ਕੀ ਹੁੰਦਾ, ਆਪਾਂ ਬੈਗ ਬਣਦੇ ਆ, ਜੋ ਕਸਟਮਰ ਦਾ ਬੈਗ ਹੁੰਦਾ ਆਪਾਂ ਹੈ ਨਾ ਫੋਟੋ ਪਾ ਦਿੱਤੀ, ਅਪਲੋਡ ਕਰ ਦਿੱਤੀ, ਉਸ ਤੋਂ ਬਾਅਦ ਉਹਨਾਂ ਨੂੰ ਦੇਖ ਕੇ ਔਨਲਾਈਨ ਹੀ ਆਰਡਰ ਆਉਂਦੇ ਨੇ, ਤਾਂ ਆਪਾਂ ਹਰ ਇੱਕ ਨੂੰ ਬਾਏ ਪੋਸਟ ਹੀ ਬੈਗ ਭੇਜ ਰਹੇ ਹਾਂ। ਅਤੇ ਪਰ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗਦੀ ਹੁੰਦੀ ਆ। ਕੁਝ ਕੁ ਦੋਸਤ ਹੁੰਦੇ ਨੇ ਹੈ ਨਾ, ਆਪਾਂ ਕਹਿੰਦੇ ਹਾਂ ਵੀ ਅਸੀਂ ਬਾਈ ਪੋਸਟ ਤੁਹਾਨੂੰ ਭੇਜ ਦਾਂਗੇ, ਵੀ ਆਉਣ ਜਾਣ ਦਾ ਖਰਚਾ ਵੀ ਹੁੰਦਾ ਹੈ ਨਾ, ਇੱਕ ਆਪਾਂ ਖੁਦ ਇਹ ਚੀਜ਼ ਦੇਖਦੇ ਹਾਂ ਵੀ ਕਿੰਨੀ ਮਹਿੰਗਾਈ ਆ। ਅਤੇ ਪਰ ਉਹ ਕਹਿੰਦੇ ਨੇ ਵੀ ਸਾਡਾ ਮਕਸਦ ਸਿਰਫ ਬੈਗ ਲੈਣਾ ਨਹੀਂ, ਅਸੀਂ ਤੁਹਾਨੂੰ ਮਿਲ ਕੇ ਜਾਣਾ। ਅਤੇ ਉਹ ਕਿਤੋਂ ਵੀ ਬਹੁਤ ਦੂਰ ਦੂਰ ਤੋਂ ਆਏ ਨੇ, ਅਤੇ ਉਹ ਮਿਲ ਕੇ ਵੀ ਜਾਂਦੇ ਨੇ ਅਤੇ ਬੈਗ ਵੀ ਖਰੀਦ ਕੇ ਲੈ ਕੇ ਆਉਂਦੇ। ਨਹੀਂ ਬਿਲਕੁਲ ਹੋ ਤਾਂ ਰਿਹਾ, ਜੇ ਦੇਖਿਆ ਵੀ ਪੰਜਾਬੀ ਡਰ ਵੀ ਹੈ ਇੱਕ, ਪਰ ਜੇ ਦੇਖਿਆ ਜਾਵੇ ਆਪਾਂ ਪੰਜਾਬੀ ਬੋਲ ਚੁੱਕੇ ਹਾਂ, ਆਪਣਾ ਜਿਹੜਾ ਬਚਪਨ ਇੱਕ ਪੰਜਾਬੀ 'ਚ ਲੰਘਿਆ, ਆਪਾਂ ਊੜਾ ਆੜਾ ਪੂਰਾ ਜਾਣਦੇ ਹਾਂ, ਆਪਾਂ ਫੱਟੀ ਪਤਾ ਆਪਾਂ ਨੂੰ ਕੀ ਹੁੰਦੀ ਆ,
पर अज की जनरेशन नाल जदों गल करदे उन्होंने ये चीज़ बारे नहीं पता। साडा मेन मकसद ये चीज़ सी भी पंजाबी जिद्दां स्कूलों भी पंजाबी नूं बैन किया जाता हुंदा ना, पंजाबी बोलण ते जुर्माना लाया जाता, तो असीं सोचा भी क्यों ना भी स्कूलों तक ये चीज़ नूं किवें पहुँचाया जाए, जब बच्चों के सामने वो चीज़ों नूं किवें पेश किया जाए, उन्होंने भी पंजाबी ओपरी ना लगे। क्योंकि बच्चों की जी कह लो है ना एक पावर होंगी है, वो हर एक चीज़ को कैच करते हैं, छोटी तो छोटी वो हमेशा सवाल करते हैं माँ बाप को, किसी को भी वो चीज़ की आ, ताकि असीं ये चीज़ां सोचा सी भी हो रही है खत्म, चलो कोई गल नहीं है ना भी स्कूलों का एक माहौल अपना भी, पर आप अपने लैवल पर की किया ताकि असीं झोलियां ते पूरी 35 अखरी लिखी, क्योंकि बच्चे वो चीज़ों जो देखणगे उन्होंने कैच करनगे पुछणगे तो उन्होंने पता लगेगा भी पूरा उड़ाड़ा हुंदा की आ। स्कूल तो असीं ये सोचा सीगा भी जे बोलन ते जुर्माना है, पर बैग चक्कन ते तां नहीं जुर्माना हो सकता भी, अगर उन्होंने कोई लिखती रूप च हुंदा भी तुसीं पंजाबी बोल नहीं सकते पर बैग तो उसी लैके जाना ही आ, ताकि बच्चों लिए सोचा भी वो बैग लैके जा सकते हैं। तो ये चीज़ हुई भी आ, बहुत टीचर ने जिन्हों के है ना बच्चे प्राइवेट स्कूल पढ़ रहे हैं उन्होंने अपने बच्चों वास्ते बनवाए ने, तो कहते भी असीं खुद चाहते हैं भी साडे बच्चे पंजाबी बोलन, पर एक स्कूल का टाइम हुंदा, स्कूल तो बाद ट्यूशन हुंदा भी असीं अपने लैवल ते उन्नी क सिखा रहे हैं है ना, तो पर उन्होंने स्कूल बैग बनवाए ताकि असीं अपने बच्चों को कम से कम डेली वो जी चीज़ को अपने मोढियां ते चक्की रखते हैं उत्थे तां पंजाबी होवे, उन्होंने वो चीज़ अपने आप ही देख के अपने आप ही पता लग जाएगा भी हाँ ये पंजाबी है, 35 अखरी हुंदी आ, ये ऊड़ा ये आड़ा। मेन हुंदा भी मैं टीचिंग लाइन च पैना ही है, क्योंकि कुछ कुछ चीज़ां माँ बाप ਲਈ भी करनियां पैंदियां है ना, जे मैनूं लगदा हुंदा भी पढ़े भी हाँ तो जॉब च भी पैना है, क्योंकि ये नाल की होएगा मैं अगर पंजाबी टीचर बनना है, पंजाबी की मेरी स्टडी है ना, तो बच्चों को कुछ चीज़ां सिखाउणियां भी हुंदियां तो मैं अपने लैवल ते वो चीज़ भी करांगी, पर ये चीज़ का काम दा मेरा यह आ, मैंने काम शुरू भी क्यों किया है ना, मेरा यह भी जो मैं सोच रही हूँ हुण अज दे टाइम अज मैं काम कर रही हाँ, पर मैं चाहुंदी हाँ कल नूं मेरी जगह ते कोई होर कुड़ी भी होवे जो किते ना किते पढ़ाई छड्डण दी बजाय है ना अगे अगे पढ़, जिद्दां मैं हुण अगे अगे पढ़ रही हाँ, पिंडां दीयां कुड़ियां हुंदियां वो सिर्फ +2 करके ही उन्हां कोल अगे ऑप्शन नहीं हुंदी भी पढ़ना किवें आ। मेरा हमेशा ही ये रहेगा इत्थे भी यूनीवर्सिटी च भी जिहड़ी कुड़ी नूं पैसिਆਂ ਦੀ लोड़ आ काम करना चाहुंदी, क्योंकि हुंदा ही आ जिहड़े घर परिवार की आर्थिकता ठीक हुंदी आ वो कुड़ियां काम करदियां, तो उन्हां लई मेरा हमेशा ये हुंदा भी तुसीं घंटा 2 घंटे जिन्ना भी तुहाडे कोल टाइम है उरे आओ मेरे कोल काम करो, ताकि भी तुसीं तुहाडी फीस उन्नी क आराम नाल खर्चा जो तुहाडा आराम नाल निकल सकदा, ਤਾਂ ਅੱਗੇ मैं काम ਨੂੰ लैके जाऊँ, पर मैं लैके इस हिसाब नाल जाऊँगी ताकि भी ਉਹ ਜਿਹੜਾ मेरा काम ਅੱਗੇ ਤੁਰੂਗਾ ਤਾਂ ਉਹ ਕੁੜੀਆਂ ਨਾਲ ਪੜ੍ਹਾਈ ਕਰ ਸਕਣਗੀਆਂ। ਇੱਥੇ ਆਪਣਾ ਜਿੱਦਾਂ ਹੁੰਦਾ 2 ਵਜੇ ਤੱਕ ਮੇਰੀ ਪੜ੍ਹਾਈ ਚੱਲਦੀ ਹੁੰਦੀ ਆ, ਜਿੱਦਾਂ ਕਲਾਸ ਹੁੰਦੀ ਆ ਜਾਂ ਆਪਣੀਆਂ ਕਲਾਸਾਂ ਹੁੰਦੀਆਂ 3 ਦਿਨ ਜਾਂ 4 ਦਿਨ ਲਗਾਉਣੇ ਆਪਾਂ ਕਲਾਸਾਂ ਹੈ ਨਾ, ਇੱਕ ਟਾਈਮ ਟੇਬਲ ਉੱਦਾਂ ਦਾ ਬਣਾਇਆ ਹੋਇਆ भी 4 दिन पूरा भी प्रॉपर क्लासा लगा के है ना पढ़ाई करके, उस तो बाद जिदा अद्धे दिन तो बाद भी तो होंदा ही आ मेरे को 2 बजे तो बाद मैं इत्थे ही आना होंदा, मैं कदे वापस पीजी नहीं गई है ना, सवेरे एक बारी निकलिया पीजी चों, उस बाद मैंने रात में जाना होंदा 9 साढ़े 9 बजे तक, क्लास तो बाद सीधा मैंने इत्थे आना होंदा, रोटी पानी खा के इत्थे ही काम ते लग जाना होंदा, ते 3 दिन एवें जे चलदा शेड्यूल, उस तो बाद फिर पूरा दिन ही इत्थे काम करना होंदा। ਪਹਿਲਾਂ ਅਸਲ ਸ਼ੁਰੂਆਤ मैंने ਕੱਲਿਆਂ ਨੇ ਕੀਤੀ ਸੀ ਕੰਮ ਕਰਨ ਦੀ, ਪਰ ਇਹ ਹੁੰਦਾ ਸੀ ਜਿਹੜੇ ਨਾਲ ਵਾਲੇ ਦੋਸਤ ਹੁੰਦੇ ਸੀ ਉਹ ਬੁਕਿੰਗ ਕਰਦੇ ਸੀ, ਕਿਉਂਕਿ ਇੱਕ ਜਾਣੇ ਨੂੰ ਇਹਨਾਂ ਚੀਜ਼ਾਂ ਦੇਖਣ ਦਾ ਬਹੁਤ ਔਖਾ ਹੋ ਜਾਂਦਾ, पोस्ट करना बुकिंग करना वो अपने नाल वाले दोस्त ही करते सी, जो नीचे शॉप है ना उन्होंने वो भी। तो उस तो बाद हुण मेरे को एक कुड़ी आ जिहड़ी अगे पढ़ना चाह रही आ, पर घर दियां कुछ मजबूरियां ने हालातां ने, वो मेरे तो काम हुण सीख रही आ तो मैं फ्री काम सिखा रही हाँ। मेन सिर्फ उसका की वो टाइम दे रही है मैनू अपना, तो आप उन्होंने तो कोई फीस नहीं ले रहे, सिर्फ इन्ना का भी अगे आके जो भी उसने फीस भरनी हो तो फीस मैं भरूँगी। तो अजकल सोशल मीडिया ते हर एक चीज़ है यूट्यूब वगैरह ते, जो मैंने काम करना सी डिज़ाइन तैयार करने सी तो मैंने बहुत चीज़ां सर्च कीतियां भी किहड़ी चीज़ नूं की शेप दे सकते हैं, किवें बना सकते हैं। मैंने हुंदा स्टार्टिंग अपनी झोले तो सी, उस तो बाद जिद्दां दुपट्टा मैंने खुद सोच लिया सीगा भी दुपट्टा तैयार करना, तो दुपट्टे ते आपां पूरा उड़ाड़ा लिख देंगे है ना। तो उस तो बाद जिद्दां असल च दोस्त खुद आउंदे आ कस्टमर भी एवें दी चीज़ भी बना दोगे साडे लई, जिद्दां हर एक चीज़ रेडीमेड चीज़ बन के आ गई, जिवें पर्स टाइप सी जिद्दां ये किटां ने है ना, जां किद्दां दी वो दूसरी बनी हुई रेडीमेड चीज़ लैके आउंदे ने भी इहदे नाल दी किट एवें दी उपर गुरमुखी लिख के बना दिओ। तो मैंने ये लगता हुंदा भी काम आप शुरू करते हैं, पर जिहड़े आइडिया हुंदे ने ना अपने आप ही दोस्त तुहाडे तक लैके आउंदे आ। ये पिंड तो ही लैके आ रही हूँ मैं सारा कुछ, कपड़ा भी हाँ, क्योंकि अपने इत्थों ये खद्दर मिल नहीं रही, अपने पुराने जिहड़े बाणीए नेगे उन्हां कोल पुरानी खद्दर पई है ये, तो आपां उन्हां तो एक बारी सारी ही लै लई।
ਕਿਉਂਕਿ ਇਸ ਤੋਂ ਬਾਅਦ ਨਵੀਂ ਜਿਹੜੀ ਚੀਜ਼ ਬਣ ਰਹੀ ਆ ਉਹ ਐਵੇਂ ਦੀ ਖੱਦਰ ਨਹੀਂ ਬਣ ਰਹੀ। ਇਹ ਚੀਜ਼ ਹੈ, ਕੋਈ ਚੀਜ਼ ਜਦੋਂ ਨਾ ਤੁਸੀਂ ਜਿੱਦਾਂ ਮੈਨੂੰ ਬਾਹਰ ਵਾਲੇ ਮੰਗਵਾਉਂਦੇ ਵੀ ਉਹੀ ਨੇ ਜੋ ਪੰਜਾਬੀ ਨੇ, ਜੋ ਇੱਥੋਂ ਹੀ ਗਏ ਨੇ, ਪਰ ਮੈਨੂੰ ਇਹ ਲੱਗਦਾ ਉਹਨਾਂ ਨੂੰ ਦੂਰ ਜਾ ਕੇ ਉਹ ਚੀਜ਼ ਦੀ ਅਹਿਮੀਅਤ ਪਤਾ ਲੱਗਦੀ ਹੈ ਜਦੋਂ ਉਹਨਾਂ ਨੂੰ ਉਹ ਚੀਜ਼ ਦੇਖਣ ਨੂੰ ਵੀ ਨਹੀਂ ਮਿਲਦੀ। ਅਤੇ ਤਾਂ ਕਰਕੇ ਉਹਨਾਂ ਦਾ ਕੀ ਕਹਿੰਦੇ ਉਦਰੇਵਾਂ ਉਹ ਚੀਜ਼ ਵੱਲ ਵੱਧਦਾ ਹੈ ਕਿਉਂਕਿ ਉਹ ਦੂਰ ਨੇ, ਅਤੇ ਤਾਂ ਕਰਕੇ ਉਹਨਾਂ ਦੀ ਉਹ ਤਾਂ ਕਰਕੇ ਆਪਣੇ ਤੋਂ ਮੰਗਵਾ ਰਹੇ ਨੇ। ਅਸਲ 'ਚ ਸਾਰੇ ਦੋਸਤ ਹੀ ਮੈਨੂੰ ਖੁਦ ਨੂੰ ਮਤਲਬ ਕਿ ਲੱਗਿਆ ਨਹੀਂ ਸੀ, ਕਹਿ ਲਓ ਜਿਵੇਂ ਪਹਿਲਾਂ ਵੀ ਕਿ ਆਸ ਨਹੀਂ ਸੀ, ਪਰ ਜਿੱਦਾਂ ਹੀ ਲੋਕ ਹੈ ਨਾ ਪਿਆਰ ਕਰ ਰਹੇ ਨੇ। ਮੈਨੂੰ ਇੱਕ ਚੀਜ਼ ਯਾਦ ਹੈ, ਕਿਸੇ ਮੈਡਮ ਸੀਗੇ ਉਹਨਾਂ ਦਾ ਮੈਨੂੰ ਮੈਸੇਜ ਆਇਆ ਸੀਗਾ, ਉਹਨਾਂ ਨੇ ਕੁਛ ਵੀ ਨਹੀਂ ਲਿਖਿਆ ਸੀ ਚੈਟ 'ਚ, ਉਹਨਾਂ ਨੇ ਸਿਰਫ ਮੈਨੂੰ ਲਿਖਿਆ ਸੀ ਲਵ ਯੂ ਬੇਟਾ। ਅਤੇ ਮੈਂ ਉਹ ਚੀਜ਼ ਮੈਨੂੰ ਮਤਲਬ ਕਿ ਇੱਕਦਮ ਨਹੀਂ ਕਹਿੰਦੇ ਖਿੱਚ ਜਿਹੀ ਪਾਉਂਦੀ ਹੁੰਦੀ ਆ ਮਨ 'ਚ ਹੈ ਨਾ, ਅਤੇ ਫਿਰ ਮੈਂ ਉਹਨਾਂ ਦਾ ਕੰਟੈਕਟ ਨੰਬਰ ਲਿਆ ਅਤੇ ਉਹਨਾਂ ਨਾਲ ਗੱਲ ਕੀਤੀ। ਅਤੇ ਇੱਕ ਚੀਜ਼ ਇਹ ਸੀ, ਜਗਦੀਸ਼ ਮੈਡਮ ਨੇ ਲੁਧਿਆਣੇ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਪੜ੍ਹਾ ਰਹੇ ਨੇ ਉਹ PU 'ਚ ਹੈ ਨਾ, ਅਤੇ ਉੱਥੇ ਉਹਨਾਂ ਨੇ ਪੋਸਟ ਪਾਈ ਹੋਈ ਸੀ। ਉਹਨਾਂ ਨੂੰ ਮੇਰਾ ਕੰਟੈਕਟ ਨਹੀਂ ਸੀ ਪਤਾ, ਉਹਨਾਂ ਨੇ ਸਿਰਫ ਮੇਰੀ ਇੰਟਰਵਿਊ ਵੇਖੀ ਸੀ। ਉਹਨਾਂ ਨੇ ਇੰਟਰਵਿਊ ਤੋਂ ਸਕਰੀਨਸ਼ਾਟ ਲੈ ਕੇ ਪੋਸਟ ਪਾਈ ਹੋਈ ਸੀ ਵੀ ਮੈਂ ਕੁੜੀ ਨੂੰ ਮਿਲਣਾ, ਕੋਈ ਮੈਨੂੰ ਇਹ ਕੁੜੀ ਦਾ ਨੰਬਰ ਵਗੈਰਾ ਸ਼ੇਅਰ ਕਰੋ, ਇੱਕ ਉਹ ਚੀਜ਼। ਅਤੇ ਉਸ ਤੋਂ ਬਾਅਦ ਮੈਡਮ ਨਾਲ ਗੱਲ ਕੀਤੀ, ਕਿਉਂਕਿ ਮੈਨੂੰ ਗੱਲ ਕਰਨ 'ਚ ਕਦੇ ਵੀ ਕੋਈ ਹਿਚਕਿਚਾਹਟ ਨਹੀਂ ਆਈ। ਮੈਨੂੰ ਹੁੰਦਾ ਵੀ ਜਿਹੜੇ ਲੋਕ ਤੁਹਾਨੂੰ ਇੰਨੇ ਪਿਆਰ ਨਾਲ ਬੁਲਾ ਰਹੇ ਨੇ ਹੈ ਨਾ, ਇੰਨਾ ਪਿਆਰ ਦੇ ਰਹੇ ਨੇ, ਵੀ ਤੁਸੀਂ ਕਿਉਂ ਪਿੱਛੇ ਹਟੋ ਨਾ। ਤਾਂ ਕਿ ਮੈਂ ਉਹਨਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਬਹੁਤ ਪਿਆਰ ਨਾਲ ਅਤੇ ਬਹੁਤ ਹੱਲਾਸ਼ੇਰੀ ਦਿੱਤੀ। ਮਤਲਬ ਕਿ ਇੱਕ ਇਹ ਚੀਜ਼ ਹੁੰਦੀ ਹੈ ਜਦੋਂ ਕਹਿੰਦੇ ਨੇ ਪੁੱਤ ਵੀ ਅਸੀਂ ਤੇਰੇ ਨਾਲ ਆ, ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਸਾਨੂੰ ਦੱਸ ਦੀ ਬੇਝਿਜਕ। ਇਹ ਚੀਜ਼ਾਂ ਮੈਨੂੰ ਬਹੁਤ ਵਧੀਆ ਲੱਗ ਰਹੀਆਂ ਨੇ ਹੈ ਨਾ, ਇੱਕ ਪਿਆਰ, ਇੱਕ ਆਪਣਾਪਨ। ਕੋਈ ਇੰਨੀ ਦੂਰ ਬੈਠੇ ਨੇ ਜਿਨ੍ਹਾਂ ਨਾਲ ਆਪਣੀ ਜਾਣ ਪਹਿਚਾਣ ਨੂੰ, ਪਰ ਫਿਰ ਵੀ ਇਹ ਗੱਲ ਕਹਿ ਰਹੇ ਨੇ, ਇਹ ਚੀਜ਼ਾਂ ਬਹੁਤ ਪਿਆਰੀਆਂ ਲੱਗਦੀਆਂ।